ਦੋਸਤੋ ਅੱਜ ਆਪਾਂ ਗੱਲ ਕਰਦੇ ਇੱਕ ਹੋਰ ਸਵਾਲ ਦੇ ਉੱਤੇ ਜੋ ਕਿ ਕਈ ਦਰਸ਼ਕਾਂ ਦੇ ਆਏ। ਗੱਲ ਕਰਦੇ ਆਪਾਂ ਜੰਡ ਬਾਰੇ। ਜੰਡ ਦੇ ਦੁਆਲੇ ਅਸੀਂ ਦੇਖਦੇ ਜਦੋਂ ਕਿਸੇ ਜਾਂਦੇ ਹਾਂ ਰੋਡ ਦੇ ਉੱਤੇ ਤਾਂ ਕਿਤੇ ਨਾ ਕਿਤੇ ਕੋਈ ਇੱਕ ਦਰਖਤ ਦੇ ਦੁਆਲੇ ਲਾਲ ਕੱਪੜਾ ਲਪੇਟਿਆ ਹੁੰਦਾ ਹੈ ਅਤੇ ਉਸ ਦੇ ਦੁਆਲੇ ਖੰਮਣੀਆਂ ਬੰਨੀਆਂ ਹੁੰਦੀਆਂ ਅਤੇ ਕਈ ਵਾਰ ਉਹਦੀਆਂ ਡਾਹਣੀਆਂ ਨਾਲ ਵੀ ਜਿਹੜੇ ਹੈਗੇ ਆ ਲਾਲ ਕੱਪੜੇ ਲਟਕ ਰਹੇ ਹੁੰਦੇ ਆ। ਥੱਲੇ ਉਹਦੇ ਨਾਰੀਅਲ ਅਤੇ ਹੋਰ ਨਿੱਕ ਸੁੱਕ ਜਿਹੜਾ ਹੈਗਾ ਚੂੜੀਆਂ ਸੰਦੂਰ ਵਗੈਰਾ ਕਾਫੀ ਕੁਛ ਪਿਆ ਹੁੰਦਾ ਅਤੇ ਇੱਕ ਵਿਸ਼ੇਸ਼ ਤੌਰ 'ਤੇ ਕੀ ਹੁੰਦਾ ਕਿ ਉਹਦੀ ਜੜ ਥੱਲੇ ਜਿਹੜੀ ਹੈਗੀ ਆ ਬਿਲਕੁਲ ਹੁੰਦੀ ਹੈ ਤੇਲ ਦੇ ਨਾਲ ਠੰਡੀ ਹੁੰਦੀ ਆ ਉਹ। ਅਤੇ ਦੋਸਤਾਂ ਨੇ ਕਈਆਂ ਨੇ ਪੁੱਛਿਆ ਵੀ ਇਹ ਕਿਉਂ ਹੁੰਦਾ, ਕੀ ਕਾਰਨ ਹੈ, ਅਤੇ ਆਪਾਂ ਉਹਦੀ ਗੱਲ ਕਰਦੇ ਹਾਂ। ਦੋਸਤੋ ਇੱਕ ਸਵਾਲ ਹੋ ਰਿਹਾ ਸੀਗਾ ਵੀ ਉਹ ਜੰਡ ਦੀ ਪੂਜਾ ਕਿਉਂ ਕਰਦੇ ਨੇ ਲੋਕ। ਤਾਂ ਮੈਂ ਇੱਥੇ ਦੱਸ ਦੇਣੀ ਚਾਹੁੰਦਾ ਕਿ ਸਾਡੇ ਦੇਸ਼ ਦੇ ਵਿੱਚ ਇਹਨਾਂ ਅੰਧ ਵਿਸ਼ਵਾਸਾਂ ਦੇ ਚਲਦਿਆਂ ਇਸ ਬਾਬਾਵਾਦ ਨੇ, ਇਸ ਪੁਜਾਰੀਵਾਦ ਨੇ ਸਾਡੇ ਲੋਕਾਂ ਨੂੰ ਹਰ ਚੀਜ਼ਾਂ ਉਹ ਪੂਜਣ ਲਾ ਦਿੱਤਾ। ਦਰਖਤ ਪੂਜਣ ਲਾਤੇ, ਇੱਟਾਂ ਰੋੜੇ ਪੂਜਣ ਲਾਤੇ, ਪਸ਼ੂ ਪੰਛੀਆਂ ਦੀ ਪੂਜਾ ਕਰਨ ਲਾਤਾ, ਜਾਨਵਰਾਂ ਦੀ ਪੂਜਾ ਕਰਨ ਲਾਤਾ। ਪਤਾ ਨਹੀਂ ਕਿਹੜੀ ਕਿਹੜੀ ਇਹੋ ਜਿਹੀ ਚੀਜ਼ਾਂ ਨੇ ਜਿਨ੍ਹਾਂ ਦੇ ਇਹਨਾਂ ਲੋਕਾਂ ਨੇ ਪੂਜਾ ਕਰਨ ਲਾਤੇ ਲੋਕ, ਅਤੇ ਉਹਨਾਂ ਦੇ ਨਾਲ ਕਰਾਮਾਤਾਂ ਕਹਾਣੀਆਂ ਜੋੜ ਕੇ ਅਤੇ ਪ੍ਰਾਪਤੀਆਂ ਦੇ ਸਰੋਤ ਬਣਾਤੇ ਵੀ ਤੁਸੀਂ ਇਹਦੀ ਪੂਜਾ ਕਰੋਗੇ, ਜੰਡ ਦੀ ਪੂਜਾ ਕਰੋਗੇ ਤੁਹਾਨੂੰ ਆਹ ਪ੍ਰਾਪਤੀ ਹੋਊਗੀ, ਜਾਂ ਇਸ ਚੀਜ਼ ਦੀ ਪੂਜਾ ਕਰੋਗੇ ਤੁਹਾਨੂੰ ਆਹ ਪ੍ਰਾਪਤੀ ਹੋਊਗੀ। ਅਤੇ ਲੋਕ ਸਾਡੇ ਬਿਨਾਂ ਸੋਚੇ ਸਮਝੇ ਉਹਨਾਂ ਦੇ ਮਗਰ ਲੱਗ ਕੇ ਆਪਣੀ ਆਰਥਿਕ ਮਾਨਸਿਕ ਅਤੇ ਹੋਰ ਆਪਦੀ ਬਹੁਤ ਪ੍ਰਕਾਰ ਦੀ ਲੁੱਟ ਕਰਵਾ ਰਹੇ ਨੇ। ਗੱਲ ਆਪਾਂ ਆਉਂਦੇ ਹਾਂ ਸਵਾਲ ਦੇ ਉੱਤੇ। ਦੋਸਤੋ ਇਹ ਜਿਹੜਾ ਦਰਖਤ ਹੈ ਜਿਹਦੇ ਦੁਆਲੇ ਲਾਲ ਕੱਪੜਾ ਬੰਨ੍ਹਿਆ ਹੁੰਦਾ, ਖੰਮਣੀ ਬੰਨ੍ਹੀ ਹੁੰਦੀ ਹੈ ਅਤੇ ਥੱਲੇ ਬਹੁਤ ਨਿੱਕ ਸੁੱਕ ਪਿਆ ਹੁੰਦਾ, ਇਹ ਜੰਡ ਹੈ। ਅਤੇ ਸਾਡੇ ਲੋਕ ਖਾਸ ਕਰਕੇ ਇਹ ਪੰਜਾਬ 'ਚ ਹੀ ਜ਼ਿਆਦਾ ਇਹਦੀ ਮਾਨਤਾ ਹੈਗੀ ਹੈ, ਜਿਹਦੀ ਪੂਜਾ ਕੀਤੀ ਜਾਂਦੀ ਹੈ। ਅਤੇ ਇਹਨੂੰ ਖੇਤਪਾਲ ਕਿਹਾ ਜਾਂਦਾ ਹੈ। ਕੁਛ ਖਿੱਤਿਆਂ ਦੇ ਵਿੱਚ ਇਹਨੂੰ ਖੇਤਰਪਾਲ ਵੀ ਕਹਿੰਦੇ ਨੇ। ਖੇਤਪਾਲ ਦਾ ਮਤਲਬ ਖੇਤਾਂ ਨੂੰ ਪਾਲਣ ਵਾਲਾ। ਹੁਣ ਇਹਦੀ ਪੂਜਾ ਕਿਉਂ ਹੁੰਦੀ ਹੈ, ਇਹਨੂੰ ਕਿਉਂ ਪੂਜਦੇ ਨੇ ਲੋਕ। ਅੱਜ ਤੋਂ ਬਹੁਤ ਪੁਰਾਣਾ ਸਮਾਂ ਪਿੱਛੇ ਆਪਾਂ ਚਲੇ ਜਾਂਦੇ ਹਾਂ ਅਤੇ ਉਦੋਂ ਅੱਜ ਵਾਂਗ ਨਾ ਤਾਂ ਇਹ ਪਾਣੀ ਦੇ ਸਾਧਨ ਹੁੰਦੇ ਸੀ, ਨਾ ਉਦੋਂ ਬੋਰ ਹੁੰਦੇ ਸੀ, ਨਾ ਨਲਕੇ ਹੁੰਦੇ ਸੀ। ਮਤਲਬ ਇੱਦਾਂ ਦਾ ਪਾਣੀ ਦਾ ਸਾਧਨ ਨਹੀਂ ਹੁੰਦਾ ਸੀ। ਬਰਸਾਤਾਂ ਦਾ, ਮੀਂਹਾਂ ਦਾ ਪਾਣੀ ਜਿਹੜਾ ਸੀ ਛੱਪੜਾਂ 'ਚ ਇਕੱਠਾ ਹੋ ਜਾਂਦਾ, ਉਹ ਪਾਣੀ ਲੋਕ ਵਰਤਦੇ, ਜਾਂ ਕਿਤੇ ਕਿਤੇ ਕੋਈ ਦੂਰ ਨੇੜੇ ਕੋਈ ਖੂਹ ਲੱਗਿਆ ਹੁੰਦਾ ਅਤੇ ਉਹਦਾ ਪਾਣੀ ਵਰਤਦੇ। ਅਤੇ ਸਾਰਾ ਤਕਰੀਬਨ ਰੇਗਿਸਤਾਨ ਹੀ ਹੁੰਦਾ ਸੀ ਦੂਰ ਦੂਰ ਤੱਕ। ਅਤੇ ਜਿਹੜੀਆਂ ਉਸ ਸਮੇਂ 'ਚ ਫਸਲਾਂ ਹੁੰਦੀਆਂ ਸੀਗੀਆਂ ਉਹ ਫਸਲਾਂ ਵੀ ਮੀਂਹ ਦੇ ਉੱਤੇ ਨਿਰਭਰ ਸੀ ਵੀ ਜੇ ਤਾਂ ਮੀਂਹ ਪੈ ਗਿਆ ਫਸਲ ਹੋ ਗਈ, ਚੰਗੀ ਫਸਲ ਹੋ ਗਈ, ਪਰ ਮੀਂਹ ਅਤੇ ਜੇ ਮੀਂਹ ਨਾ ਪਿਆ ਤਾਂ ਫਸਲ ਨਹੀਂ ਸੀ ਹੁੰਦੀ। ਕਾਲ ਪੈ ਜਾਂਦੇ। ਅੱਜ ਕੱਲ੍ਹ ਵੀ ਬਹੁਤ ਸਾਰੇ ਖੇਤਿਆਂ ਦੇ ਵਿੱਚ ਪੈਂਦਾ, ਕਦੇ ਕਦੇ ਆਪਾਂ ਨੂੰ ਸੋਕਾ ਕਹਿ ਦਿੰਦੇ ਹਾਂ, ਕਾਲ ਵੀ ਕਹਿ ਦਿੰਦੇ ਨੇ। ਅਤੇ ਜਦੋਂ ਸੋਕਾ ਪੈ ਜਾਂਦਾ, ਕਾਲ ਪੈ ਜਾਂਦਾ, ਤਾਂ ਫਿਰ ਜਿਹੜੀ ਸਾਰੀ ਬਨਸਪਤੀ ਸੀ ਇਹ ਬਨਸਪਤੀ ਸੁੱਕ ਜਾਂਦੀ। ਪੇੜ ਪੌਦੇ ਜਿਹੜੇ ਸੁੱਕ ਜਾਂਦੇ, ਉਹਨਾਂ ਦੇ ਜਿਹੜੇ ਕੋਈ ਫਲ ਲੱਗਦੇ ਸੀਗੇ, ਫੁੱਲ ਲੱਗਦੇ ਸੀਗੇ, ਉਹ ਖਤਮ ਹੋ ਜਾਂਦੇ। ਪਰ ਉਸ ਸਮੇਂ ਦੇ ਵਿੱਚ ਇੱਕੋ ਇੱਕ ਇਹ ਦਰਖਤ ਸੀਗਾ ਜੰਡ, ਅਤੇ ਜਿਹੜਾ ਹਰਾ ਰਹਿੰਦਾ ਸੀ। ਔਰ ਹਰਾ ਹੀ ਨਹੀਂ ਸੀ ਰਹਿੰਦਾ, ਬਲਕਿ ਇਹਨੂੰ ਫਲ ਵੀ ਲੱਗਦਾ ਸੀ। ਅਤੇ ਉਹ ਫਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਜਿਹੜੀਆਂ ਲੰਮੀਆਂ ਫਲੀਆਂ ਲੱਗਦੀਆਂ ਨੂੰ, ਜਿਵੇਂ ਚੌਲਿਆਂ ਦੀਆਂ ਫਲੀਆਂ ਹੁੰਦੀਆਂ। ਸਾਡੇ ਮਾਲਵੇ ਦੇ ਵਿੱਚ ਉਹਨੂੰ ਖੋਖੇ ਕਹਿੰਦੇ, ਹੋਰ ਕਿਸੇ ਇਲਾਕੇ ਦੇ ਵਿੱਚ ਕੋਈ ਹੋਰ ਕਹਿੰਦੇ ਹੋਣਗੇ ਕੁਛ ਉਹਨਾਂ ਨੂੰ। ਤਾਂ ਉਹ ਕੀ ਹੁੰਦਾ ਸੀਗਾ ਕਿ ਮੇਰੇ ਯਾਦ ਹੈ ਛੋਟੇ ਹੁੰਦੇ ਸਕੂਲੋਂ ਆਉਣਾ, ਉਦੋਂ ਸਾਡੇ ਇਲਾਕੇ 'ਚ ਕਾਫੀ ਹੁੰਦੇ ਸੀ ਇਹ ਜੰਡ ਜੇ, ਖੇਤਾਂ ਦੇ ਵਿੱਚ ਬਹੁਤ ਹੁੰਦੇ। ਅਤੇ ਕਿਉਂਕਿ ਹੁਣ ਤਾਂ ਜਿਹੜੀ ਫਸਲਾਂ ਦਾ ਅਤੇ ਉਹਦੇ ਹਿਸਾਬ ਕਿਤਾਬ ਨਾਲ ਜਿਹੜਾ ਸੀਗਾ ਉਹ ਕਾਫੀ ਦਰਖਤ ਬਹੁਤ ਜ਼ਿਆਦਾ ਜਿਹੜੇ ਖੇਤਾਂ ਦੇ ਵਿੱਚੋਂ ਖਤਮ ਹੀ ਹੋ ਗਿਆ ਤਕਰੀਬਨ। ਸਕੂਲੋਂ ਆਉਣਾ, ਬਸਤਾ ਸਿੱਟਣਾ, ਜੰਡਾਂ ਦੇ ਥੱਲੇ ਚਲੇ ਜਾਣਾ। ਉਹ ਜਿਹੜੇ ਖੋਖੇ ਹੁੰਦੇ ਸੀਗੇ, ਫਲੀਆਂ ਹੁੰਦੀਆਂ ਉਹਦੀਆਂ, ਜੇ ਸੁੱਕ ਕੇ ਥੱਲੇ ਝੜ ਜਾਂਦੇ, ਉਹਨਾਂ ਨੂੰ ਖਾਂਦੇ, ਬੱਚੇ ਵੀ ਖਾਂਦੇ ਅਤੇ ਵੱਡੇ ਵੀ ਖਾਂਦੇ ਰਹਿਣ। ਬੜੇ ਮਿੱਠੇ ਅਤੇ ਸਵਾਦ ਹੁੰਦੇ ਸੀ। ਅਤੇ ਜਿਹੜੀਆਂ ਉਹਦੀਆਂ ਕੱਚੀਆਂ ਫਲੀਆਂ ਹੁੰਦੀਆਂ ਸੀਗੀਆਂ
ਉਸ ਕੱਚੀਆਂ ਫਲੀਆਂ ਦੇ ਵਿੱਚ ਕੀ ਕਰਦੇ ਉਸ ਸਮੇਂ ਦੇ ਵਿੱਚ ਸਾਡੀਆਂ ਦਾਦੀਆਂ ਮਾਵਾਂ ਰਾਇਤਾ ਪਾਉਂਦੀਆਂ। ਰਾਇਤਾ ਪਾ ਕੇ ਅਤੇ ਉਹ ਫਲੀਆਂ ਜਿਹੜੀਆਂ ਅਸੀਂ ਫਲੀਆਂ ਤੋੜ ਕੇ ਲਿਆਉਂਦੇ ਜੰਡ ਦੀਆਂ ਕੱਚੀਆਂ ਹਰੀਆਂ, ਉਹਨੂੰ ਪਾਣੀ 'ਚ ਉਬਾਲ ਕੇ ਅਤੇ ਫਿਰ ਉਹਨੂੰ ਰਾਇਤੇ ਦੇ ਵਿੱਚ ਪਾ ਕੇ ਖਾਂਦੇ। ਬੜਾ ਵਧੀਆ ਉਹਦਾ ਸਵਾਦ ਹੁੰਦਾ ਔਰ ਬਹੁਤ ਹੀ ਪੌਸ਼ਟਿਕ ਹੁੰਦੀਆਂ ਸੀ। ਔਰ ਹੁਣ ਆਪਾਂ ਉਹ ਗੱਲ ਕਰਦੇ ਹਾਂ ਵੀ ਜਦੋਂ ਉਦੋਂ ਸੋਕਾ ਪੈ ਜਾਂਦਾ, ਅਕਾਲ ਪੈ ਜਾਣਾ, ਤਾਂ ਇਹਨੇ ਜੰਡ ਨੇ ਹਰਾ ਰਹਿਣਾ ਔਰ ਉਹਦੇ ਫਲੀਆਂ ਵੀ ਲੱਗਣੀਆਂ। ਵੱਡੀ ਪੱਧਰ 'ਤੇ ਉਦੋਂ ਇਹ ਜੰਡ ਹੁੰਦੇ ਸੀਗੇ। ਅਤੇ ਇੱਥੇ ਹੁੰਦਾ ਸੀ ਵੀ ਜੰਡ ਹਰਾ ਕਿਉਂ ਰਹਿੰਦਾ ਸੀ। ਜੰਡ ਇੱਕ ਰੇਗਿਸਤਾਨ ਦਾ ਦਰਖਤ ਹੈ, ਮਾਰੂਥਲ ਦਾ ਦਰਖਤ ਹੈ ਔਰ ਇਹਨੂੰ ਪਾਣੀ ਦੀ ਬਹੁਤੀ ਲੋੜ ਨਹੀਂ ਹੈ, ਨਾ ਮਾਤਰ ਪਾਣੀ ਦੀ ਲੋੜ ਹੈ ਇਹਨੂੰ। ਬਿਨਾਂ ਪਾਣੀ ਤੋਂ ਵੀ ਇਹ ਲਗਾਤਾਰ ਹਰਾ ਰਹਿੰਦਾ। ਅਤੇ ਉਦੋਂ ਵੀ ਰਹਿੰਦਾ ਸੀ ਜਦੋਂ ਸੋਕਾ ਪੈ ਜਾਣਾ, ਅਕਾਲ ਪੈ ਜਾਣਾ। ਅਤੇ ਫਿਰ ਜਦੋਂ ਉਦੋਂ ਜਿੰਨੀ ਕੁ ਲੋਕਾਂ ਦੀ ਸਮਝ ਸੀਗੀ, ਲੋਕਾਂ ਨੇ ਦੇਖਿਆ ਵੀ ਕਮਾਲ ਹੋ ਗਿਆ, ਆਹ ਸਾਰਾ ਕੁਛ ਜਿਹੜਾ ਸੀਗਾ ਸੁੱਕ ਗਿਆ, ਦਰਖਤ ਸੁੱਕ ਗਏ, ਕੋਈ ਘਾਹ ਨਹੀਂ, ਫੂਸ ਨਹੀਂ, ਪਸ਼ੂ ਪੰਛੀ ਜਿਹੜੇ ਭੁੱਖੇ ਤੇ ਆਏ ਮਰਦੇ ਆ। ਅਤੇ ਇਹ ਜਿਹੜਾ ਜੰਡ ਹੈ ਇਹ ਹਰਾ ਖੜਾ, ਇਹਨੂੰ ਫਲੀਆਂ ਵੀ ਲੱਗ ਰਹੀਆਂ ਨੇ। ਔਰ ਉਹ ਫਲੀਆਂ ਜਦੋਂ ਲੱਗਦੀਆਂ ਸੀਗੀਆਂ, ਜਦੋਂ ਫਲੀਆਂ ਪੱਕ ਕੇ ਝੜ ਜਾਂਦੀਆਂ ਸੀਗੀਆਂ, ਅਤੇ ਲੋਕ ਉਹਨਾਂ ਦੇ ਤੌੜੇ ਭਰ ਕੇ ਰੱਖ ਲੈਂਦੇ ਸੀ, ਆਮ ਵੀ ਖਾਂਦੇ ਸੀਗੇ। ਅਤੇ ਉਸ ਸਮੇਂ ਦੇ ਵਿੱਚ ਜਦੋਂ ਅਨਾਜ ਦੀ ਘਾਟ ਹੋ ਜਾਣੀ, ਤਾਂ ਉਦੋਂ ਇਹਨਾਂ ਫਲੀਆਂ ਨੂੰ ਵੀ ਖਾ ਕੇ ਗੁਜ਼ਾਰਾ ਕਰਦੇ ਸੀ ਲੋਕ। ਅਤੇ ਲੋਕਾਂ ਦੇ ਵਿੱਚ ਇਹ ਮਤਲਬ ਹੋ ਗਿਆ ਵੀ ਇਹ ਜਿਹੜਾ ਹੈਗਾ ਇਹਦੇ ਵਿੱਚ ਕੋਈ ਰੱਬੀ ਸ਼ਕਤੀ ਹੈ, ਇਹਦੇ 'ਚ ਕੋਈ ਰੱਬੀ ਸ਼ਕਤੀ ਹੈ, ਰੱਬੀ ਸ਼ਕਤੀ ਦੇ ਨਾਲ ਇਹ ਹਰਾ ਖੜਾ ਹੈਗਾ। ਅਤੇ ਉਹਨਾਂ ਨੇ ਇੱਕ ਆਪਦੀ ਮਾਨਸਿਕ ਤੌਰ 'ਤੇ ਕਲਪਨਾ ਕਰ ਲਈ, ਅਤੇ ਕਲਪਨਾ ਕਰਕੇ ਉਹਨਾਂ ਨੇ ਖੇਤਪਾਲ ਦਾ ਬਾਬਾ ਸਿਰਜ ਲਿਆ ਜੰਡ ਦੇ ਵਿੱਚ। ਉਹਦੀ ਉਹ ਪੂਜਾ ਕਹਿ ਲਓ, ਮਾਨਤਾ ਕਹਿ ਲਓ, ਕਰਨ ਲੱਗ ਗਏ ਲੋਕ। ਪਰ ਉਹਨਾਂ ਉਸ ਸਮੇਂ ਦੀ ਮਾਨਤਾ ਪੂਜਾ ਦਾ ਕੋਈ ਢੰਗ ਹੋਰ ਸੀਗਾ ਕਿ ਉਹਦੀ ਰਖਵਾਲੀ ਕਰਦੇ ਸੀ, ਪਾਣੀ ਵਗੈਰਾ ਪਾਉਂਦੇ ਸੀਗੇ। ਅਤੇ ਅੱਗੇ ਚੱਲ ਕੇ ਫਿਰ ਇਸ ਬਾਬਾਵਾਦ ਨੇ ਇਸ ਜੰਡ ਨੂੰ ਕੁਛ ਹੋਰ ਹੀ ਰੂਪ ਦਿੱਤਾ। ਉਹਦੇ ਉੱਤੇ ਨਾਰੀਅਲ, ਖੰਮਣੀ, ਸੰਦੂਰ, ਹੋਰ ਚੀਜ਼ਾਂ ਚੜਾਉਣ ਲੱਗ ਗਏ, ਉਹਦੇ ਦੁਆਲੇ ਕੱਪੜਾ ਬੰਨ੍ਹਣ ਲੱਗ ਗਏ। ਅਤੇ ਇਹ ਜਿਹੜੇ ਕੱਪੜਾ ਬੰਨ੍ਹਦੇ ਆ ਜਾਂ ਹੋਰ ਕਰਦੇ, ਇੱਕ ਬਾਹਲੇ ਸਮੇਂ ਦਾ ਨਹੀਂ ਗਾ, ਕੋਈ 40-50 ਸਾਲਾਂ ਦੀ ਇਹ, ਬਲਕਿ ਉਦੋਂ ਵੀ ਬਾਅਦ ਦਾ ਲੋਕ ਇਹ ਕਰਨ ਲੱਗੇ ਇੱਦਾਂ ਦੇ। ਉਹਦੀਆਂ ਜੜ੍ਹਾਂ ਦੇ ਵਿੱਚ ਤੇਲ ਪਾਉਣ ਲੱਗ ਗਏ। ਅਤੇ ਇੱਕ ਕਹਾਵਤ ਆ ਪੰਜਾਬੀ ਦੀ ਕਿ ਫਲਾਣੇ ਨੇ ਯਾਰ ਫਲਾਣੇ ਦੀਆਂ ਜੜ੍ਹਾਂ 'ਚ ਤੇਲ ਦੇਤਾ, ਜਾਂ ਫਲਾਣੇ ਨੇ ਮੇਰੀਆਂ ਜੜ੍ਹਾਂ 'ਚ ਤੇਲ ਦੇਤਾ, ਭਾਵ ਕਿ ਉਸ ਬੰਦੇ ਨੇ ਉਹ ਬੰਦੇ ਨੂੰ ਬਰਬਾਦ ਕਰਤਾ, ਉਹਦਾ ਨੁਕਸਾਨ ਪਹੁੰਚਾਤਾ। ਅਤੇ ਸਾਡੇ ਲੋਕਾਂ ਨੇ ਇਸ ਕੀਮਤੀ ਬੇਸ਼ਕੀਮਤੀ ਦਰਖਤ ਦੀਆਂ ਜੜ੍ਹਾਂ 'ਚ ਤੇਲ ਦੇ ਕੇ ਇਹਨੂੰ ਖਤਮ ਕਰ ਦਿੱਤਾ। ਇਹ ਦਰਖਤ ਉਸ ਸਮੇਂ ਦਾ, ਪੁਰਾਣੇ ਸਮੇਂ ਦਾ ਇੱਕ ਲੋਕਾਂ ਦਾ ਪੇਟ ਭਰਨ ਦਾ ਜ਼ਰੀਆ ਸੀ, ਜਦੋਂ ਅਨਾਜ ਦੀ ਥੋੜ੍ਹ ਹੋ ਜਾਂਦੀ ਸੀ। ਲੇਕਿਨ ਇਹਦੇ ਨਾਲ ਅੱਜ ਕੋਈ ਜਿਹੜੀਆਂ ਮਾਨਤਾਵਾਂ ਜੁੜੀਆਂ ਹੋਈਆਂ ਨੇ ਵੀ ਤੁਸੀਂ ਜੰਡ 'ਤੇ ਤੇਲ ਪਾਓ ਜੀ, ਜਾਂ ਤੁਸੀਂ ਆਹ ਕੱਪੜਾ ਬੰਨ੍ਹ ਦਿਓ ਜੀ, ਖੰਮਣੀ ਬੰਨ੍ਹ ਦਿਓ ਜੀ, ਜਾਂ ਹੋਰ ਇਹਦੇ ਤੋਂ ਕੋਈ ਚੀਜ਼ਾਂ ਚੜ੍ਹਾ ਦਿਓ, ਤੁਹਾਨੂੰ ਪ੍ਰਾਪਤੀਆਂ ਹੋਈਆਂ। ਇਹਦੇ ਨਾਲ ਕੋਈ ਪ੍ਰਾਪਤੀਆਂ ਨਹੀਂ ਹੋਣੀਆਂ। ਇਹ ਜ਼ਰੂਰ ਪ੍ਰਾਪਤੀਆਂ ਹੋਈਆਂ ਕਿ ਅਸੀਂ ਇਸ ਬੇਸ਼ਕੀਮਤੀ ਦਰਖਤ ਨੂੰ ਅੰਧ ਵਿਸ਼ਵਾਸ ਦੀ ਭੇਂਟ ਚੜ੍ਹਾ ਕੇ ਖਤਮ ਕਰ ਦਿੱਤਾ। ਇਹਦੀਆਂ ਉਹ ਫਲੀਆਂ, ਇਹਦੇ ਉਹ ਖੋਖੇ ਇੱਕ ਇੰਨਾ ਪੌਸ਼ਟਿਕ ਆਹਾਰ ਸੀਗਾ, ਪੌਸ਼ਟਿਕ ਚੀਜ਼ਾਂ ਸੀਗੀਆਂ ਸਾਡੀ ਸਿਹਤ ਲਈ। ਪਰ ਕਿਉਂਕਿ ਇੱਥੇ ਤਾਂ ਅੱਜ ਸਾਡੇ ਲੋਕ ਪੜ੍ਹ ਲਿਖ ਗਏ, ਵਿਗਿਆਨ ਪੜ੍ਹ ਗਏ, ਸਾਇੰਸ ਪੜ੍ਹ ਗਏ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਹੋਰ ਬੜੀਆਂ ਬੜੀਆਂ ਡਿਗਰੀਆਂ ਲੈ ਲਈਆਂ, PhD ਕਰ ਲਈਆਂ। ਪਰ ਇਹਨਾਂ ਅੰਧ ਵਿਸ਼ਵਾਸਾਂ ਦੇ ਜਾਲ ਦੇ ਵਿੱਚੋਂ ਸਾਡਾ ਸਮਾਜ ਨਹੀਂ ਨਿਕਲ ਸਕਿਆ। ਉਹੀ ਸਦੀਆਂ ਪੁਰਾਣੀਆਂ ਰੂੜੀਵਾਦੀ ਪਰੰਪਰਾਵਾਂ ਦੇ ਵਿੱਚ ਬੰਦਾ ਜਕੜਿਆ ਹੋਇਆ। ਅਤੇ ਇਸ ਅੰਧ ਵਿਸ਼ਵਾਸ ਨਾਲ ਦੇ ਚੱਲਦਿਆਂ ਅਸੀਂ ਇਹੋ ਜਿਹੇ ਬਹੁਤ ਸਾਰੇ ਦਰਖਤਾਂ ਨੂੰ ਭੇਂਟ ਚੜ੍ਹਾ ਦਿੱਤਾ, ਅੰਧ ਵਿਸ਼ਵਾਸਾਂ ਦੀ ਭੇਂਟ ਚੜ੍ਹਾ ਦਿੱਤਾ। ਜਿਹੜੇ ਦਰਖਤ ਸਾਨੂੰ, ਜਿਹੜੇ ਦਰਖਤਾਂ ਦੇ ਕਾਰਨ ਅਸੀਂ ਜਿਉਂਦੇ ਹਾਂ, ਕਿਉਂਕਿ ਦਰਖਤ ਜਿਹੜਾ ਹੈਗਾ ਉਹ ਆਕਸੀਜਨ ਪੈਦਾ ਕਰਦਾ ਹੈ। ਅਤੇ ਆਕਸੀਜਨ ਜਿਹੜੀ ਹੈਗੀ ਆ ਅਸੀਂ ਸਾਹ ਲੈਂਦੇ ਹਾਂ, ਸਾਡੇ ਅੰਦਰ ਜਾਂਦੀ, ਅਸੀਂ ਆਕਸੀਜਨ ਦੇ ਜ਼ਰੀਏ ਹੀ ਜਿਉਂਦੇ ਹਾਂ। ਅਤੇ ਜੇ ਹੁਣ ਅੱਜ ਹਵਾ ਦੇ ਵਿੱਚ ਬਹੁਤ ਸਾਰਾ ਪ੍ਰਦੂਸ਼ਣ ਹੋ ਗਿਆ, ਔਰ ਇਹ ਪ੍ਰਦੂਸ਼ਣ ਦਿਨੋਂ ਦਿਨ ਵਧੀ ਜਾਂਦਾ, ਦਰਖਤ ਕੱਟੀ ਜਾਂਦੇ ਆ ਦੂਰ, ਔਰ ਜਿਹੜਾ ਵਿਕਾਸ ਵੀ ਦਾ ਵਿਕਾਸ ਦੀ ਭੇਂਟ ਜਿਹੜੇ ਦਰਖਤ ਚੜ੍ਹੀ ਜਾਂਦੇ ਆ, ਕਿੰਨੀਆਂ ਬਿਮਾਰੀਆਂ ਜਿਹੜੀਆਂ ਫੈਲ ਰਹੀਆਂ ਨੇ।
ਤੇ ਜੇ ਕੋਈ ਬਚਿਆ ਖੁਚਿਆ ਵੀ ਕੋਈ ਜੰਡ ਵਰਗ ਜਾਂ ਹੋਰ ਦਰਖਤ ਬਚੇ ਆ, ਅਸੀਂ ਉਹਨਾਂ ਦੁਆਲੇ ਉਹਨਾਂ ਜੜ੍ਹਾਂ 'ਚ ਤੇਲ ਪਾ ਕੇ ਉਹਨੂੰ ਮਤਲਬ ਜਿਹੜਾ ਹੈਗਾ ਖਤਮ ਕਰੀ ਜਾਂਦੇ ਹਾਂ। ਸੋ ਦੋਸਤੋ, ਤੁਹਾਡੇ ਸਵਾਲ ਦਾ ਜਿਹੜਾ ਜਵਾਬ ਇਹ ਹੈ ਕਿ ਇਹ ਜਿਹੜਾ ਜੰਡ ਹੈ ਇਹਦੇ ਵਿੱਚ ਕੋਈ ਸ਼ਕਤੀ ਨਹੀਂ ਹੈ, ਕੋਈ ਇਹਦੇ ਵਿੱਚ ਤੁਹਾਡੀ ਕਿਸੇ ਮਾਨਤਾ ਨੇ ਨਹੀਂ ਪੂਰਾ ਹੋਣਾ, ਤੁਹਾਡੀ ਕਿਸੇ ਸੁੱਖ ਨੇ ਨਹੀਂ ਪੂਰਾ ਹੋਣਾ। ਇੱਕ ਜੰਡ ਜਿਹੜਾ ਸੀਗਾ ਇੱਕ ਬਹੁਤ ਹੀ ਬੇਸ਼ਕੀਮਤੀ ਦਰਖਤ ਸੀਗਾ ਇਸ ਕਰਕੇ ਕਹਿ ਰਿਹਾ ਮੈਂ ਕਿ ਹੁਣ ਤਾਂ ਖਤਮ ਹੀ ਹੋ ਗਏ। ਹੁਣ ਤਾਂ ਲੋਕਾਂ ਨੇ ਪਾ ਕੇ ਤੇਲ ਇਹ ਸਿਰਫ ਉਹਦੇ ਮੁੱਢ ਰਹਿ ਗਏ ਹੈ, ਹਰਾ ਤਾਂ ਕਿਤੇ ਮਿਲਦਾ ਹੀ ਨਹੀਂ ਇਹ। ਸੋ ਇਹ ਉਸ ਸਮੇਂ ਦਾ ਇੱਕ ਉਹ ਦਰਖਤ ਸੀਗਾ ਕਿ ਜਿਹੜਾ ਉਸ ਸਮੇਂ 'ਚ ਲੋਕਾਂ ਦੀ ਖੁਰਾਕ ਦੀ ਲੋੜ ਨੂੰ ਪੂਰਾ ਕਰਦਾ ਸੀ। ਅਤੇ ਰੇਗਿਸਤਾਨ ਦਾ ਦਰਖਤ ਸੀਗਾ, ਸੋਕਾ ਪੈ ਗਿਆ, ਕਾਲ ਪੈ ਗਿਆ, ਹਰਾ ਰਹਿਣਾ ਸੀ। ਅਤੇ ਲੋਕਾਂ ਦੇ ਉਸ ਸਮੇਂ ਦੇ ਉਨੀ ਸਮਝ ਅਨੁਸਾਰ ਲੋਕਾਂ ਦੇ ਵਿੱਚ ਇਹ ਬਣ ਗਿਆ ਵੀ ਇਹਦੇ ਵਿੱਚ ਕੋਈ ਰੱਬੀ ਸ਼ਕਤੀ ਹੈ, ਇਹਨੂੰ ਕੋਈ ਵਾਰ ਪ੍ਰਾਪਤ ਹੈ, ਠੀਕ ਹੈ। ਅਤੇ ਖੇਤਪਾਲ ਕਰਕੇ ਲੋਕ ਪੂਜਣ ਲੱਗ ਗਏ। ਅੱਜ ਉਹ ਪੁਜਾਰੀ ਬਾਬਾਵਾਦ ਨੇ, ਪੁਜਾਰੀਵਾਦ ਨੇ ਇਹਦਾ ਪੂਜਣ ਦਾ ਢੰਗ ਹੀ ਕੁਛ ਹੋਰ ਬਣਾ ਦਿੱਤਾ ਅਤੇ ਉਸ ਢੰਗ ਦੀ ਭੇਂਟ ਇੱਧਰ